हाँ जी प्यारे विद्यार्थियों, प्यार भरी सत श्री अकाल। अज असी 9वीं जमात की जीवनी करतार सिंह सराभा करन जा रहे हाँ। करतार सिंह सराभा के जीवन बारे जानने तो पहला असी डॉक्टर हरबंस सिंह चावला जिन्हों ने करतार सिंह सराभा की ये जीवनी लिखी है उन्होंने बारे कुछ जाणांगे। उन्हों की शख्सियत ते रचना बारे। सिख इतिहास और बाल ਸਾਹਿਤ लिखण वाले दोहां ही खेत्रों में डॉक्टर हरबंस सिंह चावला एक महत्वपूर्ण स्थान रखते हैं। आप जी का जन्म 15 अप्रैल 1937 ਨੂੰ ਪਿੰਡ मोहावा मंडी बहाउद्दीन ਜ਼ਿਲ੍ਹਾ गुजरात तहसील फालियां पाकिस्तान ਵਿੱਚ ਹੋਇਆ। आप जी के माता जी का नाम माया देवी ਅਤੇ पिता जी का नाम मूला सिंह सी। श्री गुरु तेग बहादुर खालसा कॉलेज दिल्ली तो बतौर इतिहास के प्रोफैसर सेवा मुक्त होए। उन्होंने वालों दर्जन तो वध पुस्तकां सिख इतिहास नाल संबंधित पुस्तकां 8 कहानी संग्रह एक काव्य संग्रह प्रकाशित हो चुके हैं। इस तरह ये सी बेटा डॉक्टर हरबंस सिंह चावला बारे एक संखेप जानकारी कि वो किस तरह के लेखक सी ते किहड़ियां उन्होंने रचनावां जिहड़ियां रचियां ने। इस तो बाद जिहड़ी साडी जीवनी साडे सिलेबस दे विच है करतार सिंह सराभा की जीवनी उसका कुछ अंश है जिहड़ा असीं आपां अज पढ़ांगे। जीवनी बेटा की हुंदी है जिस विच उन्हां दे जीवन बारे दस्सिया जांदा है। जिस जीवनी हुंदी है जिहड़ी किसी होर लेखक द्वारा किसी महान पुरख जां महान व्यक्ति के जीवन की रचना जिहड़ी कीती जांदी है उसके जीवन बारे लिखिया जांदा है उसनूं असीं जीवनी कहंदे हां। ते एक हुंदी है स्वै जीवनी। स्वै जीवनी है कि अपने जीवन की कथा जो असीं अपने आप लिखते हैं उसनूं असीं स्वै जीवनी कहते हैं। तो इत्थे करतार सिंह सराभा के जीवन की कथा नूं डॉक्टर हरबंस सिंह चावला द्वारा लिखा गया है। तो ये जीवनी असीं पढ़ांगे। 16 नवंबर 1915 ਨੂੰ ਜਦੋਂ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿੱਤੀ ਗਈ ਤਾਂ ਉਸ ਵੇਲੇ ਉਹਨਾਂ ਦੀ ਉਮਰ 19 ਸਾਲ ਤੇ ਕੁਝ ਮਹੀਨੇ ਸੀ। ਭਾਰਤ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਨੌਜਵਾਨਾਂ ਵਿੱਚੋਂ ਉਹ ਸਭ ਤੋਂ ਘੱਟ ਉਮਰ ਦੇ ਕ੍ਰਾਂਤੀਕਾਰੀ ਸਨ। ਕਰਤਾਰ ਸਿੰਘ ਸਰਾਭਾ ਜਿਹੜੇ ਸੀ ਜਿੰਨੇ ਵੀ ਕ੍ਰਾਂਤੀਕਾਰੀ ਸ਼ਹੀਦ ਹੋਏ ਆ ਸਾਡੇ ਦੇਸ਼ ਦੇ ਲਈ ਉਹਨਾਂ ਵਿੱਚੋਂ ਸਭ ਤੋਂ ਘੱਟ ਉਮਰ ਦੇ ਕ੍ਰਾਂਤੀਕਾਰੀ ਜਿਹੜੇ ਕਰਤਾਰ ਸਿੰਘ ਸਰਾਭਾ ਸੀ। ਇਹਨਾਂ ਨੂੰ ਸਭ ਤੋਂ ਛੋਟੀ ਉਮਰ ਦੇ ਵਿੱਚ ਹੀ ਸ਼ਹੀਦ ਹੋਣਾ ਪਿਆ ਸੀ। ਉਹ ਗਦਰ ਲਹਿਰ ਦੇ ਮੋਢੀਆਂ ਵਿੱਚੋਂ ਸੀ। ਉਹਨਾਂ ਨੇ ਅੰਗਰੇਜ਼ਾਂ ਵਿਰੁੱਧ ਸ਼ਸਤਰ ਕ੍ਰਾਂਤੀ ਲਿਆ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਸੁਪਨਾ ਵੇਖਿਆ। ਸ਼ਸਤਰ ਕ੍ਰਾਂਤੀ ਕੀ ਹੁੰਦੀ ਹੈ ਬੇਟਾ? ਹਥਿਆਰਬੰਦ ਕ੍ਰਾਂਤੀ। ਹਥਿਆਰਬੰਦ ਲਹਿਰ ਦੇ ਵਿੱਚ ਕੀ ਹੁੰਦਾ ਹੈ ਕਿ ਉਸ ਸਮੇਂ ਦੋ ਤਰ੍ਹਾਂ ਦੀਆਂ ਲਹਿਰਾਂ ਚੱਲ ਰਹੀਆਂ ਸੀ। ਆਜ਼ਾਦੀ ਲਈ ਕੁਝ ਲੋਕ ਸੀ ਜਿਹੜੇ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਸੀ ਅਤੇ ਉਹਨਾਂ ਨੂੰ ਨਰਮ ਦਲ ਵਾਲੇ ਕਿਹਾ ਜਾਂਦਾ ਸੀ। ਅਤੇ ਕੁਝ ਲੋਕ ਇਸ ਤਰ੍ਹਾਂ ਦੇ ਸੀ ਜਿਹੜੇ ਕਹਿੰਦੇ ਸੀ ਕਿ ਇਸ ਤਰ੍ਹਾਂ ਨਰਮਾਈ ਨਾਲ ਅੰਗਰੇਜ਼ਾਂ ਨੇ ਸਾਡਾ ਮੁਲਕ ਛੱਡ ਕੇ ਨਹੀਂ ਜਾਣਾ। ਜਿਹੜੇ ਕਿ ਹਥਿਆਰਬੰਦ ਕ੍ਰਾਂਤੀ ਦਾ ਸਮਰਥਨ ਕਰਦੇ ਸੀ ਉਹਨਾਂ ਨੂੰ ਗਰਮ ਦਲ ਵਾਲੇ ਕਿਹਾ ਜਾਂਦਾ ਸੀ। ਅਤੇ ਜਿਹੜਾ ਇਹ ਕਰਤਾਰ ਸਿੰਘ ਸਰਾਭਾ ਸੀ ਉਹ ਹਥਿਆਰਬੰਦ ਕ੍ਰਾਂਤੀ ਦੇ ਹੱਕ ਵਿੱਚ ਸੀ ਕਿ ਅੰਗਰੇਜ਼ਾਂ ਨੂੰ ਸਾਡੇ ਦੇਸ਼ ਵਿੱਚੋਂ ਕੱਢਣ ਲਈ ਸਾਨੂੰ ਹਥਿਆਰਾਂ ਨੂੰ ਚੁੱਕਣਾ ਚਾਹੀਦਾ ਹੈ। ਹਥਿਆਰਾਂ ਨਾਲ ਹੀ ਅਸੀਂ ਇਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ। ਗਦਰ ਲਹਿਰ ਦਾ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਉਸਨੂੰ ਬਾਬਾ ਜਰਨੈਲ ਕਹਿ ਕੇ ਬੁਲਾਉਂਦਾ ਸੀ। ਸਾਡੇ ਬੇਟਾ ਆਜ਼ਾਦੀ ਦੀ ਲੜਾਈ ਵਿੱਚ ਇੱਕ ਗਦਰ ਲਹਿਰ ਨਾਮ ਦੀ ਪ੍ਰਸਿੱਧ ਲਹਿਰ ਹੋਈ ਹੈ ਉਸ ਦਾ ਆਗੂ ਸੀ ਬਾਬਾ ਸੋਹਣ ਸਿੰਘ ਭਕਨਾ। ਅਤੇ ਉਹ ਕਰਤਾਰ ਸਿੰਘ ਸਰਾਭਾ ਨੂੰ ਭਾਵੇਂ ਉਹ ਉਮਰ ਦੇ ਵਿੱਚ ਛੋਟੇ ਸੀ ਪਰ ਉਹਨਾਂ ਨੂੰ ਬਾਬਾ ਜਰਨੈਲ ਸਤਿਕਾਰ ਵਜੋਂ ਕਹਿ ਕੇ ਬੁਲਾਇਆ ਕਰਦਾ ਸੀ। ਭਗਤ ਸਿੰਘ ਉਹਨਾਂ ਨੂੰ ਆਪਣਾ ਪ੍ਰੇਰਨਾ ਸਰੋਤ ਅਤੇ ਆਪਣਾ ਗੁਰੂ ਆਪਣਾ ਮਿੱਤਰ ਅਤੇ ਆਪਣਾ ਭਰਾ ਕਹਿ ਕੇ ਯਾਦ ਕਰਦਾ ਸੀ। ਭਗਤ ਸਿੰਘ ਸੀ ਜਿਹੜੇ ਉਹ ਕਰਤਾਰ ਸਿੰਘ ਸਰਾਭਾ ਨੂੰ ਆਪਣੀ ਪ੍ਰੇਰਨਾ ਦਾ ਸਰੋਤ ਵੀ ਮੰਨਦੇ ਸੀ ਆਪਣਾ ਗੁਰੂ ਵੀ ਮੰਨਦੇ ਸੀ ਆਪਣਾ ਦੋਸਤ ਅਤੇ ਭਰਾ ਵੀ ਕਹਿ ਕੇ ਉਹਨਾਂ ਨੂੰ ਯਾਦ ਕਰਦੇ ਸੀ। ਕਹਿੰਦੇ ਹਨ ਕਿ ਜਦੋਂ ਭਗਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਰਤਾਰ ਸਿੰਘ ਦੀ ਤਸਵੀਰ ਉਸ ਦੀ ਜੇਬ ਵਿੱਚ ਸੀ ਜਿਸ ਨੂੰ ਉਹ ਹਮੇਸ਼ਾ ਆਪਣੇ ਕੋਲ ਰੱਖਦਾ ਹੁੰਦਾ ਸੀ। ਇਹਦੇ ਵਿੱਚ ਸਾਨੂੰ ਦੱਸਿਆ ਕਿ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਭਗਤ ਸਿੰਘ ਆਪਣੀ ਜੇਬ ਦੇ ਵਿੱਚ ਰੱਖਦੇ ਹੁੰਦੇ ਸਨ। ਸੰਨ 1912 ਦੀ ਗੱਲ ਹੈ। 15 ਕੁ ਸਾਲ ਦਾ ਇੱਕ ਨੌਜਵਾਨ ਭਾਰਤ ਤੋਂ ਚੱਲ ਕੇ ਅਮਰੀਕਾ ਦੀ ਬੰਦਰਗਾਹ 'ਤੇ ਪੁੱਜਿਆ। ਇਹ ਨੌਜਵਾਨ ਕੌਣ ਸੀ? ਕਰਤਾਰ ਸਿੰਘ ਸਰਾਭਾ। ਜਹਾਜ਼ ਦੇ ਹੋਰ ਮੁਸਾਫਰਾਂ ਨੂੰ ਉੱਤਰ ਜਾਣ ਦੀ ਆਗਿਆ ਮਿਲ ਗਈ ਪਰ ਭਾਰਤ ਤੋਂ ਆਏ ਹਿੰਦੀਆਂ ਨੂੰ ਰੋਕ ਦਿੱਤਾ ਗਿਆ। ਉਹਨਾਂ ਵਿੱਚ ਇਹ ਨੌਜਵਾਨ ਵੀ ਸੀ ਜਿਹੜਾ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਅਮਰੀਕਾ ਵਰਗੇ ਆਜ਼ਾਦ ਦੇਸ਼ ਵਿੱਚ ਪਹੁੰਚਿਆ ਸੀ। ਇਮੀਗ੍ਰੇਸ਼ਨ ਅਧਿਕਾਰੀ ਨੇ ਜਹਾਜ਼ ਤੋਂ ਉਤਰਦਿਆਂ ਹੀ ਉਸ ਨੂੰ ਪੁੱਛਿਆ, ਤੇਰਾ ਨਾਂ ਕੀ ਹੈ? ਤਾਂ ਕਰਤਾਰ ਸਿੰਘ ਸਰਾਭਾ, ਤੂੰ ਇੱਥੇ ਕੀ ਕਰਨ ਆਇਆ ਹੈ? ਮੈਂ ਇੱਥੇ ਵਿੱਦਿਆ ਪ੍ਰਾਪਤ ਕਰਨ ਲਈ ਆਇਆ ਹਾਂ। ਕੀ ਹਿੰਦੁਸਤਾਨ ਵਿੱਚ ਪੜ੍ਹਨ ਲਈ ਕੋਈ ਥਾਂ ਨਹੀਂ? ਹਿੰਦੁਸਤਾਨ ਵਿੱਚ ਯੂਨੀਵਰਸਿਟੀਆਂ ਤਾਂ ਹਨ ਪਰ ਮੈਨੂੰ ਪਤਾ ਲੱਗਾ ਹੈ ਕਿ ਅਮਰੀਕਾ ਵਿੱਚ ਬਹੁਤ ਚੰਗੀਆਂ ਯੂਨੀਵਰਸਿਟੀਆਂ ਹਨ ਜਿਨ੍ਹਾਂ ਵਿੱਚ ਕਈ ਦੇਸ਼ਾਂ ਦੇ ਵਿਦਿਆਰਥੀ ਆ ਕੇ ਪੜ੍ਹਦੇ ਹਨ। ਮੈਂ ਵੀ ਇੱਥੇ ਪੜ੍ਹਨਾ ਚਾਹੁੰਦਾ ਹਾਂ ਅਤੇ ਕੁਝ ਬਣਨਾ ਚਾਹੁੰਦਾ ਹਾਂ। ਜੇ ਤੈਨੂੰ ਇੱਥੇ ਉਤਰਨ ਨਾ ਦਿੱਤਾ ਜਾਵੇ ਅਤੇ ਵਾਪਸ ਮੋੜ ਦਿੱਤਾ ਜਾਵੇ ਤਾਂ ਕੀ ਕਰੇਗਾ?
इस तरह नाल इमीग्रेशन अधिकारी उन्हां नाल सवाल जवाब कर रहा सी तां अग्गों करतार सिंह सराभा ने कहा, अमरीका वर्गे आज़ाद देश विच भी जे विद्यार्थियों नूं रोकां पाईਆਂ ਜਾਂਦੀਆਂ ਹਨ ਤਾਂ संसार की उन्नति किवें होवेगी। मेरी बेनती है कि मैनूं ना रोकिया जाए, की पता मैं इत्थों विद्या प्राप्त करके संसार के भले लिए कोई महान काम कर सकां जिस नाल हिंदुस्तान का ही नहीं अमरीका की भी इज्जत वध सके। ये सुन के इमीग्रेशन अधिकारी सी जिहड़ा वो खुश हो गया तो उसने सराभा नूं सान फ्रांसिस्को उतरन की आग्या दे दी। इस तरह बेटा उन्होंने अपने सवाल जवाब दे विच वधिया तरीके नाल जवाब दे के उत्थे उतरन की आग्या प्राप्त कर ली। उन्होंने बड़ी निमरता और ठरमे नाल उन्हां दे सवालों के जवाब दिते। करतार सिंह का जन्म पिंड सराभा जिला लुधियाना विच मंगल सिंह के घर 24 मई 1896 विच होया। वो रजे पुजे किसान सन, मतलब चंगे घर दे, उन्हां दा घर बार चंगा सी, वधिया किसान सी। उन्हां दे पिता जी सी जिहड़े घर बार चंगा सी। पिंड विच उन्हां दी चोखी जमीन सी, चोखी मतलब चंगी जमीन सी, काफ़ी जमीन सी उन्हां कोल। करतार सिंह अजे बच्चा ही सी कि उसके पिता जी का देहांत हो गया। सराभा का पालन पोषण आपदे दादा बचन सिंह ने किया। उन्हां दी एक ये रीस सी कि सराभा वड्डा होकर कोई सरकारी अफसर बने। करतार सिंह की एक छोटी भैन भी सी जिसका नाम धन कौर सी। करतार सिंह का बचपन बड़े लाड़ प्यार विच बीत्या। 5 कुछ साल की उम्र विच उसने सराभे दे प्राइमरी स्कूल विच दाखला करवा दिता गया उसका। उस तो बाद मालवा खालसा हाई स्कूल लुधियाना विच दाखिल हो गया। इत्थों उसने मिडल पास की, मिडल मतलब 8वीं की पढ़ाई, तो फिर मिशन हाई स्कूल विच दाखला लै लिया। इत्थे पढ़ाई विच दिल ना लगन करके वो 9वीं जमात विच दी पढ़ाई विचे ही छड्ड के अपने चाचा जी कोल उड़ीसा चलिया गया। तो उसका इत्थे पढ़ाई विच जदों दिल ना लग्या तो 9वीं की पढ़ाई विचे छड्ड के वो अपने चाचा जी कोल चला गया जो उड़ीसा विच रहिंदे सी। उड़ीसा विच रहिंदिआं उसने 10वीं पास की। इन्हां दिनां विच ही बंगाल अते उड़ीसा विच आज़ादी संबंधी जागृति पैदा हो रही सी। जागृति मतलब एक जागृत सोच पैदा हो रही सी। लोग एकजुट हो रहे सी आज़ादी दे लई, उन्हां दी सोच बदल रही सी। उसने अंग्रेजी अखबारां राहीं देश विदेश विच वापर रहीआं घटनावां बारे पढ़िया। उत्थे रहिंदे होए उसने पहली बार ये महसूस किया कि अंग्रेजी साम्राज किस बेदर्दी नाल भारत वासियों का लहू चूस रहा है। इत्थे उसनूं अगांह-वधू ਸਾਹਿਤ, अगांह-वधू मतलब अगे वधन वाले विचारां वाला ਸਾਹਿਤ, इतिहास ਅਤੇ राजनीति नाल संबंधित कई पुस्तकां पढ़न का अवसर मिलिਆ। अवसर जानी कि मौका मिलिਆ। इत्थे ही उन्होंने जिहड़ी आज़ादी की लहर नाल संबंधित ये पुस्तकां पढ़न का उन्होंने मौका मिलिਆ। वो बड़ा समझदार ते तीखण बुद्धि वाला विद्यार्थी सी। तीखण मतलब तेज बुद्धि वाला। उसने अपनी मात भाषा पंजाबी के नाल हिंदी, उर्दू और अंग्रेजी विच भी चंगी मुहारत हासिल कर ली। मुहारत की होंदी है बेटा, उहदे विच भी वो माहर हो गया। उन्हें उस चीज़ से भी चंगी कमांड हासिल कर ली। उसनूं फुटबाल और क्रिकेट खेडण का बहुत शौक सी। देश नूं आज़ाद कराउण लई क्रांतिकारी सोच रखण वालियां दी एक नवीं संस्था बनाई गई। इसका नाम सी द हिंदी एसोसीएशन ऑफ पैसिफिक कोस्ट, इसका नाम रखा गया। सराभा नूं भी उसकी छोटी उम्र करके पार्टी विच कोई अहुदा ना दिता गया। मतलब सराभा की उस समय उम्र बहुत छोटी सी, इस करके कोई उन्होंने अहुदा नहीं प्राप्त होया, अहुदा ना दिता गया। पर 1 नवंबर 1913 नूं जदों गदर परचे का प्रकाशन शुरू होया तो उसकी सारी जिम्मेवारी करतार सिंह नूं सौंपी गई। इस परचे का नां ते ही हिंदी एसोसीएशन ऑफ पैसिफिक कोस्ट का नाम बदल के गदर लहर प्रसिद्ध हो गया। तो गदर लहर का पहला नाम की सी बच्चों, हिंदी एसोसीएशन ऑफ पैसिफिक। जदों इत्थे गदर नाम का परचा कढ़िया जान लग्या तो इस परचे का सारा काम सी जिहड़ा करतार सिंह सराभा नूं दिता गया। तो इसे परचे के नाम ते ही इस लहर का नाम भी गदर लहर पै गया। सराभा गदर दियां बड़ियां जोशीलियां कवितावां लिखिया करदा सी। जदों परचे दियां कापियां अपने साइकिल उत्ते रख के वो घरों घरी वंडण जांदा तो उसके बुल्लां ते अक्सर ही ये पंक्तियां होया करदियां सन। सेवा देश की जिंदड़ीए बड़ी औखी, गल्लां करनियां ढेर सुखलियां ने, जिन्हां देश सेवा दे विच पैर पाया उन्हां लख मुसीबतां झल्लियां ने। ये गीत सी जिहड़ा, ये लाइनां सी जिहड़ियां करतार सिंह सराभा जदों भी अपना ये परचा वंडण जांदा सदा ही गुणगुणाउंदा रहिंदा सी। उहदे बुल्लां ते सदा लाइनां ये रहिंदियां सी। इस तो इलावा वो इस अखबार लई बहुत सारियां कवितावां भी लिखिया करदे सी, क्रांतिकारी कवितावां, देश प्रेम दीयां कवितावां। जदों एक नौजवान क्रांतिकारी देश नूं आज़ाद कराउण लई अपने मिशन नूं पूर्ति विच लग गया, उदों उसकी उम्र 18 साल की सी।
ਕਰਤਾਰ ਸਿੰਘ ਸਰਾਭਾ ਦੀ ਉਮਰ ਕਦੋਂ ਸੀ, ਕਿੰਨੀ ਸੀ? 18 ਸਾਲ ਦੀ। ਉਸ ਦਾ ਨਿੱਤ ਦਾ ਪ੍ਰੋਗਰਾਮ ਇਸ ਤਰ੍ਹਾਂ ਦਾ ਸੀ ਕਿ ਉਹ ਪਿੰਡਾਂ ਵਿੱਚ ਜਾਂਦਾ, ਲੋਕਾਂ ਨੂੰ ਮਿਲਦਾ, ਉਹਨਾਂ ਵਿੱਚ ਗਦਰ ਦਾ ਪ੍ਰਚਾਰ ਕਰਦਾ ਅਤੇ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਤਿਆਰ ਹੋ ਜਾਣ ਲਈ ਪ੍ਰੇਰਦਾ। ਮਤਲਬ ਲੋਕਾਂ ਨੂੰ ਪ੍ਰੇਰਨਾ ਦਿੰਦਾ ਕਿ ਉਹ ਅੰਗਰੇਜ਼ਾਂ ਦਾ ਵਿਰੋਧ ਕਰਨ। ਕਰਤਾਰ ਸਿੰਘ ਸਰਾਭਾ ਉਸ ਸਮੇਂ ਗਦਰ ਲਹਿਰ ਦੀ ਅਗਵਾਈ ਕਰ ਰਿਹਾ ਸੀ। ਉਹ ਫੌਜੀ ਛਾਉਣੀਆਂ 'ਤੇ ਹਮਲੇ ਕਰਕੇ ਉੱਥੋਂ ਕੁਝ ਹਥਿਆਰ ਪ੍ਰਾਪਤ ਕਰਨਾ ਚਾਹੁੰਦਾ ਸੀ। ਇਸ ਕੰਮ ਲਈ ਪਾਰਟੀ ਦੇ ਜ਼ਿੰਮੇਵਾਰ ਮੈਂਬਰਾਂ ਨੂੰ ਵੱਖੋ ਵੱਖਰੀਆਂ ਛਾਉਣੀਆਂ ਦਾ ਜਾਇਜ਼ਾ ਲੈਣ ਲਈ ਨਿਯੁਕਤ ਕੀਤਾ ਗਿਆ। ਮਤਲਬ ਉਹਨਾਂ ਦਾ ਮੁਆਇਨਾ ਕਰਨ ਲਈ, ਉਹਨਾਂ ਦਾ ਅਨੁਮਾਨ ਲਾਉਣ ਲਈ, ਜਾਇਜ਼ਾ ਲੈਣ ਲਈ ਵੱਖ-ਵੱਖ ਮੈਂਬਰ ਹੈ ਜਿਹੜੇ ਉਹ ਨਿਯੁਕਤ ਕੀਤੇ ਗਏ, ਉਹਨਾਂ ਦੀ ਡਿਊਟੀ ਲਗਾਈ ਗਈ। ਇਹਨਾਂ ਸਾਰਿਆਂ ਵਿੱਚ ਤਾਲਮੇਲ ਬਣਾਈ ਰੱਖਣ ਦੀ ਜ਼ਿੰਮੇਵਾਰੀ ਕਰਤਾਰ ਸਿੰਘ ਦੀ ਸੀ। ਮਤਲਬ ਇਹਨਾਂ ਦੇ ਵਿੱਚ ਆਪਸੀ ਜਿਹੜਾ ਤਾਲਮੇਲ ਸੀ ਉਹ ਕਰਤਾਰ ਸਿੰਘ ਨੇ ਰੱਖਣਾ ਸੀ, ਜਿਸ ਨੂੰ ਨਾ ਸਮੇਂ ਸਿਰ ਖਾਣ ਪੀਣ ਦੀ ਵਿਹਲ ਸੀ ਅਤੇ ਨਾ ਹੀ ਆਰਾਮ ਕਰਨ ਦੀ। ਸਾਰਾ ਦਿਨ ਉਹ ਪਾਰਟੀ ਦੇ ਕੰਮ ਵਿੱਚ ਲੱਗਿਆ ਰਹਿੰਦਾ ਸੀ। ਉਸਦੇ ਦਿਲੋਂ ਦਿਮਾਗ ਵਿੱਚ ਬਸ ਇੱਕੋ ਹੀ ਵਿਚਾਰ ਛਾਇਆ ਹੋਇਆ ਸੀ ਕਿ ਆਪਣੇ ਗੁਲਾਮ ਦੇਸ਼ ਨੂੰ ਕਿਸ ਤਰ੍ਹਾਂ ਆਜ਼ਾਦ ਕਰਵਾਇਆ ਜਾਵੇ। ਇੱਕ ਹੀ ਚੀਜ਼ ਸਾਰਾ ਦਿਨ ਉਹਨੂੰ ਸਤਾਉਂਦੀ ਰਹਿੰਦੀ ਸੀ। ਉਹ ਇੱਕੋ ਧੁਨ ਦੇ ਵਿੱਚ ਸਾਰਾ ਦਿਨ ਸਵਾਰ ਰਹਿੰਦਾ ਸੀ ਅਤੇ ਉਹਨੂੰ ਆਪਣੇ ਖਾਣ ਪੀਣ ਦਾ ਵੀ ਖਿਆਲ ਨਹੀਂ ਰਹਿੰਦਾ ਸੀ। ਇਸ ਕੰਮ ਦੇ ਲਈ ਗਦਰ ਲਹਿਰ ਸ਼ੁਰੂ ਕਰਨ ਲਈ 21 ਫਰਵਰੀ 1915 ਦਾ ਦਿਨ ਨਿਸ਼ਚਿਤ ਕੀਤਾ ਗਿਆ। ਇਸ ਲਈ ਸਾਰੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਸਨ। ਮੁਕੰਮਲ ਮਤਲਬ ਪੂਰੀਆਂ ਕਰ ਲਈਆਂ ਗਈਆਂ ਸਨ। ਗਦਰ ਮੇਰਠ, ਫਿਰੋਜ਼ਪੁਰ ਅਤੇ ਮੀਆਂ ਮੀਰ, ਲਾਹੌਰ ਤੋਂ ਸ਼ੁਰੂ ਹੋਣਾ ਸੀ। ਸਰਾਭਾ ਨੇ ਫਿਰੋਜ਼ਪੁਰ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਨੇ ਮੇਰਠ ਦੀ ਕਾਰਵਾਈ ਵਿੱਚ ਹਿੱਸਾ ਲੈਣਾ ਸੀ। ਗਦਰ ਦੇ ਕੁਝ ਹੋਰ ਪ੍ਰਮੁੱਖ ਨੇਤਾਵਾਂ ਨੇ 20 ਫਰਵਰੀ 1915 ਨੂੰ ਲੋਪੋਕੇ ਦੇ ਪੁਲਿਸ ਸਟੇਸ਼ਨ 'ਤੇ ਹਮਲਾ ਬੋਲ ਕੇ 21 ਫਰਵਰੀ 1915 ਨੂੰ ਲਾਹੌਰ ਪਹੁੰਚਣਾ ਸੀ। ਪਰ ਇਸ ਤੋਂ ਪਹਿਲਾਂ ਹੀ ਗਦਰ ਦੀਆਂ ਇਹ ਯੋਜਨਾਵਾਂ ਅਮਲੀ ਜਾਮਾ ਪਹਿਨ ਸਕਦੀਆਂ। ਇਸ ਤੋਂ ਪਹਿਲਾਂ ਕਿ ਇਹ ਸਾਰੀਆਂ ਯੋਜਨਾਵਾਂ ਅਮਲੀ ਜਾਮਾ ਪਹਿਨ ਸਕਦੀਆਂ, ਮਤਲਬ ਅਸਲ ਵਿੱਚ ਇਹਨਾਂ ਨੂੰ ਅੰਜਾਮ ਤੱਕ ਪਹੁੰਚਾਇਆ ਜਾਂਦਾ, ਗਦਰ ਪਾਰਟੀ ਦੇ ਇੱਕ ਮੈਂਬਰ ਕਿਰਪਾਲ ਸਿੰਘ ਨੇ ਇਹ ਸਾਰੀਆਂ ਯੋਜਨਾਵਾਂ ਦੀ ਸੂਚਨਾ ਅੰਗਰੇਜ਼ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ। ਮਤਲਬ ਮੁਖਬਰੀ ਕਰ ਦਿੱਤੀ, ਬੇਈਮਾਨੀ ਕਰ ਗਿਆ ਕੋਈ ਇੱਕ ਅਧਿਕਾਰੀ ਕਿਰਪਾਲ ਸਿੰਘ। ਉਸਨੇ ਪਾਰਟੀ ਵਿੱਚ ਸ਼ਾਮਲ ਹੋਏ ਅਜੇ ਕੁਝ ਹੀ ਦਿਨ ਹੋਏ ਸਨ। ਥੋੜ੍ਹੇ ਦਿਨ ਪਹਿਲਾਂ ਹੀ ਉਹ ਪਾਰਟੀ ਵਿੱਚ ਆਇਆ ਸੀ ਅਤੇ ਉਸਨੇ ਸਾਰੀ ਖਬਰ ਸੀ ਜਿਹੜੀ ਉਹ ਅੰਗਰੇਜ਼ਾਂ ਨੂੰ ਦੇ ਦਿੱਤੀ। ਗਦਰ ਪਾਰਟੀ ਦੇ ਮੈਂਬਰਾਂ ਨੂੰ ਵੀ ਪਤਾ ਲੱਗ ਚੁੱਕਾ ਸੀ ਕਿ ਉਹਨਾਂ ਦੁਆਰਾ ਮਿੱਥੀ ਤਰੀਕ ਦਾ ਕਿਸੇ ਤਰ੍ਹਾਂ ਸਰਕਾਰ ਨੂੰ ਪਤਾ ਲੱਗ ਚੁੱਕਾ ਹੈ। ਉਹਨਾਂ ਨੇ ਕਾਹਲੀ ਵਿੱਚ ਫੈਸਲਾ ਲੈ ਕੇ ਗਦਰ ਦੀ ਤਰੀਕ 2 ਦਿਨ ਪਹਿਲਾਂ ਕਰ ਦਿੱਤੀ। ਹੁਣ 21 ਫਰਵਰੀ 1915 ਦੀ ਥਾਂ 19 ਫਰਵਰੀ ਨੂੰ ਗਦਰ ਕਰਨ ਦੇ ਆਦੇਸ਼ ਵਰਕਰਾਂ ਨੂੰ ਭੇਜੇ ਗਏ। ਇਹ ਸੂਚਨਾ ਵੀ ਕਿਰਪਾਲ ਸਿੰਘ ਨੇ ਅੰਗਰੇਜ਼ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ। ਜਦੋਂ ਪਤਾ ਹੀ ਨਹੀਂ ਸੀ ਕਿ ਵਿੱਚ ਕੌਣ ਗੱਦਾਰ ਹੈ ਤਾਂ ਉਹਨੇ ਅਗਲੀ ਸੂਚਨਾ ਵੀ ਅੰਗਰੇਜ਼ਾਂ ਤੱਕ ਪਹੁੰਚਾ ਦਿੱਤੀ। ਉਹਨਾਂ ਨੇ ਗਦਰੀ ਨੇਤਾਵਾਂ ਦੇ ਗੁਪਤ ਠਿਕਾਣਿਆਂ ਉੱਤੇ ਲੁਕਵੀਆਂ ਥਾਵਾਂ 'ਤੇ ਛਾਪੇ ਮਾਰ ਕੇ ਬਹੁਤ ਸਾਰੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਤਰ੍ਹਾਂ ਗਦਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਦੇਸ਼ ਧਰੋਹੀ ਕਰਕੇ ਅਸਫਲ ਹੋ ਗਿਆ। ਦੇਸ਼ ਧਰੋਹੀ ਮਤਲਬ ਜਿਹੜਾ ਦੇਸ਼ ਦਾ ਮਾੜਾ ਚਾਹੁਣ ਵਾਲਾ ਸੀ, ਐਸੇ ਇੱਕ ਮੈਂਬਰ ਕਰਕੇ ਗਦਰ ਲਹਿਰ ਸੀ ਜਿਹੜੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸਫਲ ਹੋ ਗਈ। ਇਸ ਲਹਿਰ ਨੂੰ ਆਖਰੀ ਝਟਕਾ ਉਦੋਂ ਲੱਗਾ ਜਦੋਂ 2 ਮਾਰਚ 1915 ਨੂੰ ਕਰਤਾਰ ਸਿੰਘ ਅਤੇ 23 ਮਾਰਚ 1915 ਨੂੰ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਮਗਰੋਂ ਕਰਤਾਰ ਸਿੰਘ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਲਿਆਂਦਾ ਗਿਆ। ਉਸ ਉੱਪਰ ਇੰਗਲੈਂਡ ਦੇ ਬਾਦਸ਼ਾਹ ਵਿਰੁੱਧ ਯੁੱਧ ਛੇੜਨ ਅਤੇ ਅੰਗਰੇਜ਼ੀ ਰਾਜ ਦਾ ਤਖਤਾ ਪਲਟਣ ਦੀ ਕੋਸ਼ਿਸ਼ ਵਰਗੇ ਸੰਗੀਨ ਇਲਜ਼ਾਮ ਲਗਾ ਕੇ ਮੁਕੱਦਮਾ ਚਲਾਇਆ ਗਿਆ। ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਕਿ ਗੱਦਾਰੀ ਦਾ ਕੰਮ ਕਰ ਰਿਹਾ ਸੀ, ਬਾਦਸ਼ਾਹ ਦੇ ਵਿਰੁੱਧ ਯੁੱਧ ਛੇੜ ਰਿਹਾ ਸੀ, ਤਾਂ ਉਸ ਦੇ ਵਿਰੁੱਧ ਇਸ ਤਰ੍ਹਾਂ ਦੇ ਇਲਜ਼ਾਮ ਅਦਾਲਤ ਦੇ ਵਿੱਚ ਲਗਾਏ ਗਏ। ਕਰਤਾਰ ਸਿੰਘ ਨੇ ਨਾ ਤਾਂ ਆਪ ਹੀ ਕੋਈ ਸਫਾਈ ਪੇਸ਼ ਕੀਤੀ ਅਤੇ ਨਾ ਹੀ ਅਦਾਲਤ ਵੱਲੋਂ ਨਿਯਤ ਕੀਤੇ ਗਏ ਵਕੀਲ ਨੂੰ ਕੁਝ ਕਹਿਣ ਦਿੱਤਾ। ਉਹਨਾਂ ਨੇ ਆਪਣੀ ਸਫਾਈ ਵਿੱਚ ਕੁਝ ਨਹੀਂ ਕਿਹਾ। ਉਹ ਅਦਾਲਤ ਵਿੱਚ ਅਕਸਰ ਕਿਹਾ ਕਰਦਾ ਸੀ ਕਿ ਮੈਨੂੰ ਜਲਦੀ ਫਾਂਸੀ ਦਿਓ ਤਾਂ ਕਿ ਮੈਂ ਫਿਰ ਤੋਂ ਜਨਮ ਲੈ ਕੇ ਆਪਣੇ ਅਧੂਰੇ ਕੰਮ ਨੂੰ ਪੂਰਾ ਕਰ ਸਕਾਂ। ਉਸਨੇ ਸਰਕਾਰ ਵੱਲੋਂ ਲਗਾਏ ਸਾਰੇ ਦੋਸ਼ ਕਬੂਲ ਕਰਦਿਆਂ ਕਿਹਾ ਕਿ ਮੈਂ ਜੋ ਕੀਤਾ ਹੈ ਆਪਣੇ ਦੇਸ਼ ਨੂੰ ਤੁਹਾਡੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਕੀਤਾ ਹੈ। ਮੈਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ। ਗੋਰੀ ਸਰਕਾਰ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਟ੍ਰਿਬਿਊਨਲ ਨੇ ਉਸ ਨੂੰ ਸਭ ਤੋਂ ਵੱਧ ਖਤਰਨਾਕ ਇਨਕਲਾਬੀ ਕਰਾਰ ਦਿੰਦੇ ਹੋਏ 13 ਦਸੰਬਰ 1915 ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਕਰਤਾਰ ਸਿੰਘ ਨੂੰ 16 ਨਵੰਬਰ 1915 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਤਾਂ ਇਸ ਤਰ੍ਹਾਂ ਬੱਚਿਓ ਇਹ ਨੌਜਵਾਨ ਸਾਡੇ ਦੇਸ਼ ਦੀ ਆਜ਼ਾਦੀ ਲਈ ਹੱਸਦੇ ਹੱਸਦੇ ਬਹੁਤ ਛੋਟੀ ਉਮਰ ਵਿੱਚ ਹੀ ਮਤਲਬ ਆਪਣੀ ਜਾਨ ਕੁਰਬਾਨ ਕਰ ਗਿਆ। ਸਾਨੂੰ ਇਹਨਾਂ ਦੀ ਜਿਹੜੀ ਕੁਰਬਾਨੀ ਹੈ ਉਸ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਅਤੇ ਅਜਿਹੇ ਜਿਹੜੇ ਸ਼ਹੀਦ ਹੈ ਉਹਨਾਂ ਨੂੰ ਸਦਾ ਹੀ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਦੇ ਦੱਸੇ ਪੂਰਨਿਆਂ 'ਤੇ ਸਾਨੂੰ ਚੱਲਣਾ ਚਾਹੀਦਾ ਹੈ। ਇਸ ਤੋਂ ਬਾਅਦ ਬੇਟਾ ਪਾਠ ਦੇ ਅਭਿਆਸ ਦੇ ਪ੍ਰਸ਼ਨ ਹਨ। ਇਹਦੇ ਵਿੱਚ ਤੁਸੀਂ ਬਹੁਤ ਛੋਟੇ ਉੱਤਰਾਂ ਵਾਲੇ ਅਤੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੈ ਜਿਹੜੇ ਤੁਸੀਂ ਆਪਣੀ ਨੋਟਬੁੱਕ ਦੇ ਵਿੱਚ ਕਰ ਲੈਣੇ ਹਨ। ਧੰਨਵਾਦ।